ਵਿਗਿਆਨ ਪੜ੍ਹਨ ਲਈ YouTube ਤੇ ਪ੍ਰਸਿੱਧ ਚੈਨਲ ਨੂੰ ਛੇਤੀ ਤੋਂ ਛੇਤੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਵੀਡੀਓਜ਼ ਦੀ ਇੰਟੀਮੇਸ਼ਨ ਲਈ। ਪਿਆਰੇ ਬੱਚਿਓ, ਹਰੇ ਭਰੇ ਜੰਗਲ ਤੇ ਜੰਗਲਾਂ ਦੇ ਵਿੱਚ ਵਸਦੇ ਹੋਏ ਜੰਗਲੀ ਜੀਵ ਜੰਤੂ ਕਿਹਨੂੰ ਨਹੀਂ ਪਿਆਰੇ ਲੱਗਦੇ। ਤੁਸੀਂ ਜਦੋਂ ਵੀ ਕਿਤੇ ਘੁੰਮਣ ਜਾਂਦੇ ਹੋ ਤਾਂ ਕੀ ਤੁਸੀਂ ਕਿਸੇ ਬਿਲਡਿੰਗ 'ਚ ਘੁੰਮ ਕੇ ਆਉਂਦੇ ਹੋ? ਨਹੀਂ, ਤੁਸੀਂ ਜਾਂਦੇ ਹੋ ਕੁਦਰਤੀ ਜਗ੍ਹਾ 'ਤੇ, ਪਹਾੜਾਂ 'ਚ ਜਾਂਦੇ ਹੋ, ਨਦੀਆਂ ਦੇਖਦੇ ਹੋ, ਜੰਗਲੀ ਜਾਨਵਰ ਦੇਖਦੇ ਹੋ ਅਤੇ ਉਹਨਾਂ ਦੀ ਮਾਸੂਮੀਅਤ ਜਿਹੜੀ ਹੈ ਉਹ ਸਾਡੇ ਦਿਲ ਨੂੰ ਛੂਹ ਲੈਂਦੀ ਹੈ। ਇੰਨਾ ਸ਼ਾਂਤਮਈ ਵਾਤਾਵਰਣ, ਇੰਨੇ ਸੁੰਦਰ ਜੰਗਲ, ਇੰਨੇ ਪਿਆਰੇ ਜੀਵ ਜੰਤੂ। ਚਲੋ ਅੱਜ ਅਸੀਂ ਬੇਟਾ 8ਵੀਂ ਜਮਾਤ ਦਾ 7ਵਾਂ ਲੈਸਨ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ, ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ ਡਿਸਕਸ ਕਰਾਂਗੇ। ਮੈਨੂੰ ਆਸ ਹੈ ਕਿ ਤੁਸੀਂ ਸਾਰੇ ਬੜੇ ਧਿਆਨ ਨਾਲ ਇਹ ਕਨਸੈਪਟਸ ਸੁਣੋਗੇ ਤੇ ਸਮਝੋਗੇ। ਬੇਟਾ ਕਿੰਨਾ ਦਰਦਨਾਕ ਸੀਨ ਹੈ, ਕਿਸੇ ਜਗ੍ਹਾ ਦੇ ਸਾਰੇ ਹੀ ਰੁੱਖ ਵੱਢੇ ਹੋਏ ਨੇ। ਇਸ ਸੀਨ ਨੂੰ, ਇਸ ਨਜ਼ਾਰੇ ਨੂੰ ਦੇਖ ਕੇ ਬੜਾ ਹੀ ਕਸ਼ਟ ਹੁੰਦਾ ਹੈ। ਇੱਥੋਂ ਦੇ ਰੁੱਖ ਮਨੁੱਖ ਦੁਆਰਾ ਵੱਢੇ ਗਏ ਲੱਗਦੇ ਨੇ ਅਤੇ ਹੁਣ ਤੁਸੀਂ ਜੋ ਦੇਖ ਰਹੇ ਹੋ ਉਹ ਲੱਗ ਰਿਹਾ ਹੈ ਕਿ ਸਾਰਾ ਜੰਗਲ ਇੱਕ ਤਰ੍ਹਾਂ ਨਾਲ ਸੜ ਗਿਆ ਹੈ। ਕਿਸੇ ਜਗ੍ਹਾ ਦੇ ਸਾਰੇ ਜੰਗਲਾਂ ਦਾ, ਸਾਰੇ ਦਰਖਤਾਂ ਦਾ ਸਮਾਪਤ ਹੋ ਜਾਣਾ, ਉਸ ਨੂੰ ਕਹਿੰਦੇ ਨੇ ਜੰਗਲਾਂ ਦੀ ਕਟਾਈ ਜਾਂ ਡੀਫੋਰੈਸਟੇਸ਼ਨ। ਇਹ ਬੜਾ ਹੀ ਸੀਰੀਅਸ ਮੁੱਦਾ ਹੈ। ਡੀਫੋਰੈਸਟੇਸ਼ਨ ਜਾਂ ਜੰਗਲਾਂ ਦੀ ਕਟਾਈ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਜੰਗਲਾਂ ਦੀ ਕਟਾਈ ਮੁੱਖ ਤੌਰ 'ਤੇ ਮਨੁੱਖ ਜਿਹੜਾ ਹੈ ਉਹ ਆਪਣੇ ਸੈਲਫਿਸ਼ ਰੀਜ਼ਨਸ ਦੇ ਕਰਕੇ ਕਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਬਾਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਵੱਧ ਰਹੀ ਆਬਾਦੀ ਦੇ ਨਾਲ ਨਾਲ ਖਾਣ ਦੀਆਂ ਲੋੜਾਂ, ਰਹਿਣ ਦੀਆਂ ਲੋੜਾਂ ਵੱਧਦੀਆਂ ਜਾ ਰਹੀਆਂ ਨੇ। ਸੋ ਮਨੁੱਖ ਜਿਹੜਾ ਹੈ ਉਹ ਜੰਗਲਾਂ ਨੂੰ ਵੱਢ ਕੇ ਖੇਤੀਯੋਗ ਜ਼ਮੀਨ ਜਿਹੜੀ ਹੈ ਉਹ ਬਣਾਈ ਜਾ ਰਿਹਾ। ਇਸ ਲਈ ਖੇਤੀਬਾੜੀ ਦੇ ਲਈ ਭੂਮੀ ਤਿਆਰ ਕਰਨ ਵਾਸਤੇ ਜੰਗਲ ਨਸ਼ਟ ਹੋ ਰਹੇ ਨੇ। ਹੁਣ ਰਹਿਣ ਦੀ ਸਮੱਸਿਆ ਆਉਂਦੀ ਹੈ ਜਾਂ ਫਿਰ ਸਮਾਨ ਸਹੂਲਤਾਂ ਦੀ ਸਮੱਸਿਆ ਆਉਂਦੀ ਹੈ ਤਾਂ ਹਰ ਜਗ੍ਹਾ 'ਤੇ ਜੰਗਲਾਂ ਨੂੰ ਕੱਟ ਕੇ ਬਿਲਡਿੰਗਾਂ, ਘਰ ਅਤੇ ਹੋਰ ਕਈ ਤਰ੍ਹਾਂ ਦੀਆਂ ਫੈਕਟਰੀਆਂ ਬਣਾਈਆਂ ਜਾ ਰਹੀਆਂ ਨੇ। ਇਸ ਕਰਕੇ ਵੀ ਜੰਗਲਾਂ ਨੂੰ ਜਾਣ ਬੁੱਝ ਕੇ ਕੱਟਿਆ ਜਾ ਰਿਹਾ। ਫੈਕਟਰੀਆਂ ਦੇ ਨਾਲ ਨਿਕਲਦਾ ਧੂੰਆਂ ਇਸ ਸਮੱਸਿਆ ਨੂੰ ਹੋਰ ਵਧਾ ਦਿੰਦਾ। ਸੋ ਡੀਫੋਰੈਸਟੇਸ਼ਨ ਜਾਂ ਜੰਗਲਾਂ ਦੀ ਕਟਾਈ ਦਾ ਇੱਕ ਹੋਰ ਕਾਰਨ ਹੈ ਘਰਾਂ ਜਾਂ ਕਾਰਖਾਨਿਆਂ ਦਾ ਨਿਰਮਾਣ ਕਰਨਾ। ਹੁਣ ਜਦੋਂ ਘਰ ਬਣ ਜਾਂਦੇ ਨੇ ਅਤੇ ਘਰਾਂ ਦੇ ਵਿੱਚ ਸਾਨੂੰ ਪੂਰੀਆਂ ਸਹੂਲਤਾਂ ਚਾਹੀਦੀਆਂ ਨੇ, ਸਾਨੂੰ ਬੈੱਡ ਚਾਹੀਦੇ ਨੇ, ਕੁਰਸੀਆਂ ਚਾਹੀਦੀਆਂ, ਸੋਫੇ ਚਾਹੀਦੇ ਹੈ, ਦਰਵਾਜ਼ੇ, ਬਾਰੀਆਂ। ਕਹਿਣ ਦਾ ਮਤਲਬ ਕਿ ਸਾਰਾ ਕੁਛ ਲੱਕੜੀ ਦਾ ਬਣਦਾ ਹੈ। ਸੋ ਲੱਕੜੀ ਕਿੱਥੋਂ ਆਏਗੀ? ਜੰਗਲਾਂ ਤੋਂ। ਸੋ ਫਰਨੀਚਰ ਬਣਾਉਣ ਲਈ ਜਾਂ ਲੱਕੜੀ ਦੇ ਬਾਲਣ ਦੇ ਰੂਪ ਦੇ ਵਿੱਚ ਵਰਤਣ ਲਈ ਵੀ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ। ਮੇਕਿੰਗ ਫਰਨੀਚਰ ਔਰ ਯੂਜ਼ਿੰਗ ਵੁੱਡ ਐਜ਼ ਅ ਫਿਊਲ is a main reason for deforestation। ਹੁਣ ਜੰਗਲਾਂ ਨੂੰ ਤਾਂ ਅਸੀਂ ਕੱਟ ਦਿੱਤਾ, ਪਰ ਜੰਗਲਾਂ ਦੀ ਕਟਾਈ ਦੇ ਕੀ ਪ੍ਰਭਾਵ ਪੈਣਗੇ ਇਹਦੇ ਬਾਰੇ ਕਦੀ ਅਸੀਂ ਸੋਚਿਆ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਰੁਵਾਂ 'ਤੇ ਬਹੁਤ ਸਾਰੀ ਬਰਫ਼ ਹੈ ਅਤੇ ਉਹ ਬਰਫ਼ ਜਿਹੜੀ ਹੈ ਉਹ ਬੜੇ ਸਾਰੇ ਜਾਨਵਰਾਂ ਦਾ ਘਰ ਹੈ। ਪਰ ਜੰਗਲਾਂ ਦੀ ਕਟਾਈ ਕਰਕੇ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਇਸ ਵੱਧ ਰਹੇ ਤਾਪਮਾਨ ਦੇ ਕਾਰਨ ਬਰਫ਼ ਪਿਘਲ ਰਹੀ ਹੈ। ਉੱਥੇ ਰਹਿਣ ਵਾਲੇ, ਬਰਫ਼ 'ਚ ਰਹਿਣ ਵਾਲੇ ਜੀਵ ਜੰਤੂ ਵਿਚਾਰੇ ਬਹੁਤ ਸਫ਼ਰ ਕਰ ਰਹੇ ਨੇ। ਉਹਨਾਂ ਦੇ ਘਰ ਤਬਾਹ ਹੋ ਰਹੇ ਨੇ। ਸਮੁੰਦਰਾਂ ਦਾ ਲੈਵਲ ਵੱਧ ਰਿਹਾ ਹੈ। ਇਹਦੇ ਨਾਲ ਹੀ ਇੱਕ ਪਾਸੇ ਤਾਂ ਸਮੁੰਦਰ ਦਾ ਲੈਵਲ ਵੱਧ ਰਿਹਾ ਹੈ, ਦੂਸਰੇ ਪਾਸੇ ਜੰਗਲਾਂ ਦੇ ਕੱਟਣ ਕਰਕੇ ਧਰਤੀ ਸੋਕੇ ਦਾ ਸ਼ਿਕਾਰ ਹੋ ਰਹੀ ਹੈ। ਜ਼ਮੀਨ ਸੁੱਕਦੀ ਜਾ ਰਹੀ ਹੈ, ਪਾਣੀ ਦੀ ਕਮੀ ਹੋ ਰਹੀ ਹੈ, ਜਿਹਦੇ ਕਰਕੇ ਫਸਲਾਂ ਪੂਰੀ ਤਰ੍ਹਾਂ ਨਹੀਂ ਹੋ ਰਹੀਆਂ। ਇਨਸਾਨ ਨੂੰ ਅਨਾਜ ਦੇ ਨਾਲ ਨਾਲ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਇਹਨਾਂ ਸਭ ਗੱਲਾਂ ਦੇ ਪਿੱਛੇ ਜਿਹੜਾ ਮੁੱਖ ਕਾਰਨ ਹੈ ਉਹ ਹੈ ਡੀਫੋਰੈਸਟੇਸ਼ਨ ਜਾਂ ਜੰਗਲਾਂ ਦੀ ਕਟਾਈ। ਜੰਗਲ ਜਾਂ ਰੁੱਖ ਧਰਤੀ ਦੇ ਵਾਧੂ ਪਾਣੀ ਨੂੰ ਸੋਖ ਕੇ ਧਰਤੀ ਨੂੰ ਸੁੱਕਾ ਵੀ ਰੱਖਦੇ ਨੇ ਅਤੇ ਜਿਉਂ-ਜਿਉਂ ਜੰਗਲ ਕੱਟੇ ਜਾ ਰਹੇ ਨੇ, ਹੜ੍ਹ ਆ ਰਹੇ ਨੇ, ਹਰ ਜਗ੍ਹਾ 'ਤੇ ਤਬਾਹੀ ਹੋ ਰਹੀ ਹੈ। ਅਸੀਂ ਹੁਣ ਤਾਂ ਅਕਸਰ ਹੀ ਨਿਊਜ਼ ਦੇ ਵਿੱਚ ਦੇਖਦੇ ਹਾਂ, ਕਦੀ ਕਿਸੇ ਜਗ੍ਹਾ 'ਤੇ ਹੜ੍ਹ ਆ ਰਿਹਾ ਹੁੰਦਾ ਹੈ, ਕਦੀ ਕਿਸੇ ਜਗ੍ਹਾ 'ਤੇ ਸਾਰੀ ਖੇਤੀ ਦੀ ਜ਼ਮੀਨ ਜਾਂ ਘਰ ਪਾਣੀ 'ਚ ਡੁੱਬ ਰਹੇ ਹੁੰਦੇ ਨੇ। ਇਹ ਸਭ ਘਟਨਾਵਾਂ ਦੇ ਪਿੱਛੇ ਇੱਕ ਮੁੱਖ ਕਾਰਨ ਜੰਗਲਾਂ ਦੀ ਕਟਾਈ ਜਾਂ ਡੀਫੋਰੈਸਟੇਸ਼ਨ ਹੈ।
ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਜੰਗਲਾਂ ਦੀ ਕਟਾਈ ਦੇ ਬਹੁਤ ਹੀ ਘਾਤਕ ਨਤੀਜੇ ਨੇ। ਵਾਯੂਮੰਡਲ ਦਾ ਤਾਪਮਾਨ ਵੱਧ ਜਾਂਦਾ ਹੈ, ਕਾਰਬਨ ਡਾਈਆਕਸਾਈਡ ਦਾ ਪੱਧਰ ਵੱਧ ਜਾਂਦਾ ਹੈ, ਭੂਮੀ ਜਲ ਦਾ ਸਤਰ ਘਟ ਜਾਂਦਾ ਹੈ, ਬਾਰਿਸ਼ ਘਟ ਜਾਂਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਤੇ ਹੜ੍ਹ ਤੇ ਸੋਕੇ ਵਰਗੇ ਹਾਲਾਤ ਜਿਹੜੇ ਨੇ ਉਹ ਬਹੁਤ ਵੱਧ ਜਾਂਦੇ ਨੇ। Temperature increases the level of carbon dioxide, groundwater level is lowered, rainfall decreases, drought and floods will increase. ਸੋ ਜੰਗਲਾਂ ਦੀ ਕਟਾਈ ਦੇ ਇਹ ਘਾਤਕ ਨਤੀਜਿਆਂ ਨੂੰ ਵੇਖਦੇ ਹੋਏ ਮੇਰੇ ਖਿਆਲ 'ਚ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਫਿਰ ਜੰਗਲਾਂ ਤੇ ਜੀਵ ਜੰਤੂਆਂ ਨੂੰ ਕੌਣ ਬਚਾਏ। ਬੇਟਾ, ਜੰਗਲਾਂ ਦੀ ਕਟਾਈ ਦੇ ਇੰਨੇ ਘਾਤਕ ਸਿੱਟੇ ਦੇਖਦੇ ਹੋਏ ਸਾਡੀ ਚਿੰਤਾ ਕਰਨੀ ਬਿਲਕੁਲ ਜਾਇਜ਼ ਬਣਦੀ ਹੈ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਜੰਗਲੀ ਜੀਵਾਂ ਤੇ ਜੰਗਲਾਂ ਨੂੰ ਕਿੱਦਾਂ ਬਚਾਵਾਂਗੇ। ਪਰ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ। ਅਸੀਂ ਜੰਗਲੀ ਜੀਵਨ, ਰੁੱਖਾਂ, ਜਾਨਵਰਾਂ ਨੂੰ ਸੁਰੱਖਿਅਤ ਕਰ ਸਕਦੇ ਹਾਂ। ਸਾਡੀ ਵਿਅਕਤੀਗਤ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦਰਖਤ ਨਾ ਕੱਟੀਏ ਬਲਕਿ ਵੱਧ ਤੋਂ ਵੱਧ ਰੁੱਖ ਲਗਾਈਏ। ਸਮਾਜ ਦੇ ਵਿੱਚ ਰਹਿੰਦੇ ਹੋਏ ਅਸੀਂ ਇਸ ਚੀਜ਼ ਨੂੰ ਉਤਸ਼ਾਹਿਤ ਕਰੀਏ ਕਿ ਜੰਗਲ ਨਾ ਕੱਟੇ ਜਾਣ। ਇਸ ਤੋਂ ਇਲਾਵਾ ਸਰਕਾਰ ਜਿਹੜੀ ਹੈ ਉਹ ਇਹ ਸੁਨਿਸ਼ਚਿਤ ਕਰਦੀ ਹੈ ਕਿ ਅਸੀਂ ਜੰਗਲੀ ਜੀਵਨ ਦੀ ਰੱਖਿਆ ਕਰਨੀ ਹੈ। ਵਾਈਲਡ ਲਾਈਫ ਸੈਂਚੁਰੀਜ਼, ਨੈਸ਼ਨਲ ਪਾਰਕਸ, ਬਾਇਓਸਫੀਅਰ ਰਿਜ਼ਰਵਸ ਉਹ ਪ੍ਰੋਟੈਕਟਿਡ ਏਰੀਆਜ਼ ਨੇ ਜਿਹੜੇ ਸਰਕਾਰ ਦੁਆਰਾ ਬਣਾਏ ਗਏ ਨੇ। ਇਹਨਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਏਰੀਆ ਜਿਹੜਾ ਸਰਕਾਰ ਦੁਆਰਾ ਜੰਗਲੀ ਜੀਵਾਂ ਦੀ ਸੁਰੱਖਿਆ ਲਈ, ਕੰਜ਼ਰਵੇਸ਼ਨ ਲਈ ਬਣਾਇਆ ਜਾਂਦਾ ਹੈ, ਉਹਨੂੰ ਬਾਇਓਸਫੀਅਰ ਰਿਜ਼ਰਵ ਜਾਂ ਜੀਵ ਮੰਡਲ ਰਿਜ਼ਰਵ ਕਹਿੰਦੇ ਨੇ। ਚਲੋ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਪੰਚਮੜੀ ਬਾਇਓਸਫੀਅਰ ਰਿਜ਼ਰਵ ਦੇ ਵਿੱਚ। ਪੰਚਮੜੀ ਬਾਇਓਸਫੀਅਰ ਰਿਜ਼ਰਵ ਬੇਟਾ, ਇਹ ਜੀਵ ਮੰਡਲ ਰਿਜ਼ਰਵ ਭਾਰਤ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮੌਜੂਦ ਹੈ। ਬਾਇਓਸਫੀਅਰ ਰਿਜ਼ਰਵਸ ਇਸ ਤਰ੍ਹਾਂ ਦੇ ਖੇਤਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਸੁਰੱਖਿਅਤ ਕੀਤਾ ਹੋਇਆ ਹੈ ਜੈਵ ਵਿਭਿੰਨਤਾ ਨੂੰ ਬਚਾਉਣ ਲਈ। ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜੀਵ ਜੰਤੂ, ਸੂਖਮ ਜੀਵ, ਭਿੰਨ-ਭਿੰਨ ਪ੍ਰਜਾਤੀਆਂ ਦੇ ਸਮੂਹ ਰਹਿੰਦੇ ਨੇ ਅਤੇ ਇੱਕ ਜੀਵ ਮੰਡਲ ਰਿਜ਼ਰਵ ਦੇ ਅੰਦਰ ਹੋਰ ਵੀ ਕੋਈ ਸੁਰੱਖਿਅਤ ਖੇਤਰ ਹੋ ਸਕਦੇ ਨੇ। ਜਿਸ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ, ਪੰਚਮੜੀ ਜੀਵ ਮੰਡਲ ਰਿਜ਼ਰਵ ਦੇ ਅੰਦਰ ਸਤਪੁੜਾ ਨਾਂ ਦਾ ਇੱਕ ਨੈਸ਼ਨਲ ਪਾਰਕ ਹੈ ਅਤੇ ਬੋਰੀ ਅਤੇ ਪੰਚਮੜੀ ਨਾਂ ਦੀਆਂ 2 ਰੱਖਾਂ ਵੀ ਨੇ। ਇਹ ਰਿਜ਼ਰਵ ਵੱਖ-ਵੱਖ ਜੀਵਾਂ ਨੂੰ ਸੁਰੱਖਿਅਤ ਕਰਦਾ ਹੈ। ਇੱਥੇ ਸ਼ਿਕਾਰ ਖੇਡਣ ਦੀ ਮਨਾਹੀ ਹੁੰਦੀ ਹੈ, ਇੱਥੇ ਜੰਗਲਾਂ ਦੀ ਕਟਾਈ ਦੀ ਮਨਾਹੀ ਹੁੰਦੀ ਹੈ ਅਤੇ ਜੀਵ ਅਤੇ ਪੌਦੇ ਸੁਰੱਖਿਅਤ ਆਪਣੇ ਆਵਾਸ ਸਥਾਨਾਂ 'ਤੇ ਰਹਿੰਦੇ ਨੇ। ਕਿਸੇ ਵੀ ਖੇਤਰ ਦਾ ਜੀਵ ਮੰਡਲ ਰਿਜ਼ਰਵ ਉਸ ਖੇਤਰ ਦੀ ਜੈਵ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾ ਕੇ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ। ਜੈਵ ਵਿਭਿੰਨਤਾ ਦੀ ਸੁਰੱਖਿਆ ਦੇ ਉਦੇਸ਼ ਲਈ ਹੀ ਜੀਵ ਮੰਡਲ ਰਿਜ਼ਰਵਸ ਨੂੰ ਬਣਾਇਆ ਜਾਂਦਾ ਹੈ। ਮੱਧ ਪ੍ਰਦੇਸ਼ ਵਿੱਚ ਮੌਜੂਦ ਪੰਚਮੜੀ ਬਾਇਓਸਫੀਅਰ ਤੁਸੀਂ ਹੁਣੇ ਦੇਖਿਆ। So, biosphere reserve are the areas meant for conservation of biodiversity. A biosphere reserve may contain other protected areas also. ਯਾਨੀ ਜੈਵਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਜੀਵ ਮੰਡਲ ਰਿਜ਼ਰਵ ਬਣਾਏ ਗਏ ਹਨ ਅਤੇ ਇਹਨਾਂ ਦੇ ਅੰਦਰ ਹੋਰ ਕੋਈ ਸੁਰੱਖਿਅਤ ਖੇਤਰ ਵੀ ਹੋ ਸਕਦੇ ਨੇ। ਫਲੋਰਾ ਐਂਡ ਫੌਨਾ ਯਾਨੀ ਪੌਦੇ ਅਤੇ ਜੰਤੂ। ਬੇਟਾ, ਪੌਦਿਆਂ ਦੇ ਸਾਰੇ ਸਮੂਹ ਨੂੰ ਫਲੋਰਾ ਅਤੇ ਜੰਤੂਆਂ ਦੇ ਸਾਰੇ ਸਮੂਹ ਨੂੰ ਫੌਨਾ ਕਹਿੰਦੇ ਨੇ। ਚਲੋ ਤੁਹਾਨੂੰ ਐਕਸਪਲੇਨ ਕਰਦੀ ਹਾਂ। ਜਿਸ ਤਰ੍ਹਾਂ ਹੁਣ ਅਸੀਂ ਪੰਚਮੜੀ ਬਾਇਓਸਫੀਅਰ ਦੀ ਗੱਲ ਕੀਤੀ ਸੀ ਅਤੇ ਪੰਚਮੜੀ ਦੇ ਵਿੱਚ ਬੜੇ ਸਾਰੇ ਖਾਸ ਜੀਵ ਜੰਤੂ ਨੇ, ਬੜੇ ਤਰ੍ਹਾਂ ਦੇ ਪੌਦੇ ਨੇ। ਉੱਥੇ ਸਾਲ ਦੇ ਪੇੜ ਨੇ, ਸਾਗਵਾਨ ਹੈ, ਅੰਬ ਹੈ, ਜਾਮੁਨ ਹੈ, ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਫਰਨ ਉੱਥੇ ਮੌਜੂਦ ਹੈ। ਇਹ ਸਾਰੇ ਫਲੋਰਾ ਨੇ। ਅਤੇ ਬਾਕੀ ਜਾਨਵਰਾਂ ਦੇ ਵਿੱਚ ਚਿੰਕਾਰਾ, ਨੀਲ ਗਊ ਬੇਟਾ ਕੋਈ ਗਊ ਨਹੀਂ ਹੁੰਦੀ, ਇਹ ਹਿਰਨ ਦੀ ਇੱਕ ਕਿਸਮ ਹੈ। ਬੜੇ ਸੋਹਣੇ ਹਿਰਨ ਹੁੰਦੇ ਨੇ ਇਹ ਵਾਲੇ। ਜਾਂ ਫਿਰ ਚੀਤਲ, ਤੇਂਦੂਆ, ਇਹ ਸ਼ੇਰ ਦੇ ਸਪੀਸੀਜ਼ ਦੇ ਵਿੱਚੋਂ ਨੇ। ਜੰਗਲੀ ਕੁੱਤਾ, ਲੱਕੜ ਬੱਗਾ, ਬਘਿਆੜ, ਵੋਲਫ ਤੁਸੀਂ ਜਿਹੜਾ ਸਕਰੀਨ 'ਤੇ ਦੇਖ ਰਹੇ ਹੋ, ਇਹ ਸਾਰੇ ਉਸ ਬਾਇਓਸਫੀਅਰ ਦੇ ਜੀਵ ਜੰਤੂ ਨੇ।
ਤੇ ਸਾਰੇ ਹੀ ਜੀਵਾਂ ਦੇ ਸਮੂਹ ਨੂੰ, ਚਾਹੇ ਉਹ ਸ਼ੇਰ ਹੈ ਜਾਂ ਤੇਂਦੂਆ, ਚੀਤਲ, ਕੁੱਤਾ, ਹਿਰਨ, ਸਾਰਿਆਂ ਨੂੰ ਹੀ ਫੌਨਾ ਕਹਿੰਦੇ ਨੇ। ਤੇ ਸਾਰੇ ਹੀ ਪਲਾਂਟਸ ਨੂੰ ਫਲੋਰਾ। The plants and animals found in a particular area are termed flora and fauna respectively। ਕੁਝ ਵਿਸ਼ੇਸ਼ ਖੇਤਰ 'ਚ ਪਾਏ ਜਾਣ ਵਾਲੇ ਸਾਰੇ ਦੇ ਸਾਰੇ ਪੇੜ ਪੌਦੇ ਨੂੰ ਉਸ ਖੇਤਰ ਦੀ ਬਨਸਪਤੀ ਜਾਤ ਤੇ ਸਾਰੇ ਜੀਵ ਜੰਤੂਆਂ ਨੂੰ ਪ੍ਰਾਣੀ ਜਗਤ ਕਿਹਾ ਜਾਂਦਾ ਹੈ। ਬੇਟਾ ਸਕਰੀਨ ਦੇ ਉੱਤੇ ਤੁਸੀਂ ਜੋ ਜਾਨਵਰ ਦੇਖ ਰਹੇ ਹੋ ਉਹ ਅਸਲ ਵਿੱਚ ਇੱਕ ਗਿਲਹਰੀ ਹੈ। ਤੁਸੀਂ ਸਾਰਿਆਂ ਨੇ ਗਿਲਹਰੀ ਦੇਖੀ ਹੋਈ ਹੈ, ਗ੍ਰੇ ਕਲਰ ਦੀ ਹੁੰਦੀ ਹੈ ਔਰ ਬੜੀ ਛੋਟੀ ਹੁੰਦੀ ਹੈ, ਪਰ ਜਿਹੜੀ ਗਿਲਹਰੀ ਤੁਸੀਂ ਦੇਖ ਰਹੇ ਹੋ ਇਹ ਜਾਇੰਟ ਯਾਨੀ ਆਦਮ ਕੱਦ ਗਿਲਹਰੀ ਹੈ। ਹੁਣ ਇਹ ਵੀ ਇੱਕ ਗਿਲਹਰੀ ਦੀ ਕਿਸਮ ਹੀ ਹੈ, ਇਹਨੂੰ ਫਲਾਈਂਗ ਸਕੁਇਰਲ ਕਹਿੰਦੇ ਨੇ। ਇਹਦੀਆਂ ਬਾਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਜਿਹਦੇ ਨਾਲ ਇਹ ਉੱਤੋਂ ਜਦੋਂ ਛਲਾਂਗ ਮਾਰਦੀ ਹੈ ਤੇ ਆਪਣੀ ਬਾਡੀ ਨੂੰ ਪੂਰਾ ਫੈਲਾ ਲੈਂਦੀ ਹੈ। ਹੁਣ ਇਹ ਵਾਲੇ ਜੀਵ ਜਿਹੜੇ ਨੇ ਇਹ ਪੰਚਮੜੀ ਬਾਇਓਸਫੀਅਰ ਰਿਜ਼ਰਵ ਤੋਂ ਇਲਾਵਾ ਕਿਤੇ ਵੀ ਨਹੀਂ ਮਿਲਦੇ। ਸਿਰਫ ਜਾਨਵਰਾਂ ਦੀ ਗੱਲ ਹੀ ਨਹੀਂ ਹੈ, ਪੇੜ ਪੌਦੇ ਵੀ ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਪੰਚਮੜੀ ਬਾਇਓਸਫੀਅਰ ਦੇ ਵਿੱਚ ਹੀ ਮਿਲਣਗੇ। ਇਹ ਜਾਮੁਨ ਦਾ ਪੇੜ ਤੁਸੀਂ ਦੇਖ ਰਹੇ ਹੋ। ਇਸ ਤੋਂ ਇਲਾਵਾ ਇੱਥੇ ਕੁਝ ਜੰਗਲੀ ਅੰਬ ਵੀ ਨੇ। ਜ਼ਰੂਰੀ ਨਹੀਂ ਹੈ ਕਿ ਸਿਰਫ ਪੰਚਮੜੀ ਦੇ ਹੀ ਗੱਲ ਕਰੀਏ, ਅਸੀਂ ਕਿਸੇ ਵੀ ਜੰਗਲ ਦੇ ਵਿੱਚ ਉਸ ਜੰਗਲ ਦੇ ਕੁਝ ਖਾਸ ਜਾਨਵਰ, ਕੁਝ ਖਾਸ ਪੇੜ ਪੌਦੇ ਅਜਿਹੇ ਹੁੰਦੇ ਆ ਜਿਹੜੇ ਹੋਰ ਕਿਤੇ ਵੀ ਨਹੀਂ ਤੁਹਾਨੂੰ ਮਿਲਣਗੇ। ਉਸ ਖੇਤਰ ਤੋਂ ਇਲਾਵਾ ਉਹ ਕਿਤੇ ਵੀ ਨਹੀਂ ਮਿਲਦੇ। ਜਿਹੜੀਆਂ ਕੁਦਰਤੀ ਰੂਪ ਦੇ ਵਿੱਚ ਉੱਥੇ ਗਰੋ ਹੋਣ ਪੇੜ ਪੌਦੇ ਜਾਂ ਕੁਦਰਤੀ ਰੂਪ 'ਚ ਮਿਲਣ ਵਾਲੇ ਜੀਵ ਜੰਤੂ, ਇਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਕਹਿੰਦੇ ਨੇ ਐਂਡੈਮਿਕ ਸਪੀਸੀਜ਼ ਯਾਨੀ ਖਾਸ ਸਥਾਨਕ ਪ੍ਰਜਾਤੀਆਂ। ਇਹ ਵਾਲੀਆਂ ਪ੍ਰਜਾਤੀਆਂ ਜਿਹੜੀਆਂ ਇਹ ਕਿਸੇ ਖਾਸ ਕਿਸਮ ਦਾ ਪੌਦਾ ਜਾਂ ਜੰਤੂ ਕਿਸੇ ਵਿਸ਼ੇਸ਼ ਖੇਤਰ, ਪ੍ਰਾਂਤ ਜਾਂ ਦੇਸ਼ ਦੀ ਖਾਸ ਸਥਾਨਕ ਪ੍ਰਜਾਤੀ ਹੋ ਸਕਦੀ ਹੈ। ਪੌਦਿਆਂ ਅਤੇ ਜੰਤੂਆਂ ਦੀਆਂ ਉਹ ਪ੍ਰਜਾਤੀਆਂ ਜੋ ਕਿਸੇ ਖਾਸ ਖੇਤਰ ਵਿੱਚ ਵਿਸ਼ੇਸ਼ ਰੂਪ 'ਚ ਪਾਈਆਂ ਜਾਂਦੀਆਂ ਹਨ। So these are those species of plants and animals which are found exclusively in a particular area। ਤੁਸੀਂ ਸਾਰਿਆਂ ਨੇ ਕੰਗਾਰੂ ਇੰਡੀਆ ਦੇ ਦੇਖਿਆ ਹੈ ਕਦੀ? ਨਹੀਂ, ਕਿਉਂਕਿ ਇਹ ਆਸਟ੍ਰੇਲੀਆ ਦੀ ਐਂਡੇਮਿਕ ਸਪੀਸੀਜ਼ ਹੈ। ਅਰੇ ਇਹ ਤਾਂ ਸਤਪੁੜਾ ਟਾਈਗਰ ਰਿਜ਼ਰਵ ਹੈ। ਇਹ ਸਤਪੁੜਾ ਟਾਈਗਰ ਰਿਜ਼ਰਵ ਅਸਲ ਵਿੱਚ ਪੰਚਮੜੀ ਦੀ ਜੰਗਲੀ ਜੀਵ ਰੱਖ ਯਾਨੀ ਵਾਈਲਡ ਲਾਈਫ ਸੈਂਕਚੁਰੀ ਦਾ ਇੱਕ ਹਿੱਸਾ ਹੈ। ਜਿਹੜੀਆਂ ਰਾਖਵੇਂ ਜੰਗਲ ਦੀ ਤਰ੍ਹਾਂ ਹੀ ਵਾਈਲਡ ਲਾਈਫ ਸੈਂਕਚੁਰੀਜ਼ ਜਾਂ ਜੰਗਲੀ ਜੀਵ ਰੱਖਾਂ ਹੁੰਦੀਆਂ ਨੇ, ਉੱਥੇ ਜੰਗਲੀ ਜੀਵਾਂ ਨੂੰ ਸੁਰੱਖਿਅਤ ਅਤੇ ਜਿਉਂਦੇ ਰਹਿਣ ਵਾਸਤੇ ਢੁਕਵੇਂ ਹਾਲਾਤ ਦਿੱਤੇ ਜਾਂਦੇ ਨੇ। ਇਹਨਾਂ ਖੇਤਰਾਂ ਦੇ ਵਿੱਚ ਸ਼ਿਕਾਰ ਖੇਡਣ ਦੀ ਜਾਂ ਦਰੱਖਤਾਂ ਨੂੰ ਕੱਟਣ ਦੀ ਸਖਤ ਮਨਾਹੀ ਹੁੰਦੀ ਹੈ ਅਤੇ ਇੱਥੇ ਸਜ਼ਾ ਵੀ ਮਿਲਦੀ ਹੈ। ਸੋ ਵਾਈਲਡ ਲਾਈਫ ਸੈਂਕਚੁਰੀਜ਼ ਜਾਂ ਜੰਗਲੀ ਜੀਵ ਰੱਖਾਂ ਸਰਕਾਰ ਦੇ ਖੇਤਰ ਦੇ ਅਧੀਨ ਆਉਂਦੀਆਂ ਨੇ ਅਤੇ ਇੱਥੇ ਮਨੁੱਖੀ ਐਕਟੀਵਿਟੀ ਜਿਹੜੀ ਆ ਉਹ ਰਿਸਟ੍ਰਿਕਟਿਡ ਹੁੰਦੀ ਆ, ਯਾਨੀ ਕੁਝ ਕਿਰਿਆਵਾਂ ਮਨੁੱਖ ਇੱਥੇ ਕਰ ਸਕਦੇ ਨੇ। ਸੋ ਜੰਗਲੀ ਜੀਵਾਂ ਨੂੰ ਜਿਉਂਦੇ ਰਹਿਣ ਲਈ ਢੁਕਵੇਂ ਹਾਲਾਤ ਮੁਹੱਈਆ ਕਰਾਉਂਦੀਆਂ ਨੇ ਵਾਈਲਡ ਲਾਈਫ ਸੈਂਕਚੁਰੀਜ਼। ਰਿਸਟ੍ਰਿਕਟਿਡ ਐਕਟੀਵਿਟੀਜ਼ ਦਾ ਮਤਲਬ ਹੈ ਕਿ ਮਨੁੱਖ ਇੱਥੇ ਕਿਸੇ ਜਾਨਵਰ ਜਾਂ ਪੌਦੇ ਨੂੰ ਨੁਕਸਾਨ ਦਿੱਤੇ ਬਿਨਾਂ ਐਂਟਰ ਕਰ ਸਕਦਾ, ਪਰ ਸ਼ਿਕਾਰ ਨਹੀਂ ਖੇਡ ਸਕਦਾ ਔਰ ਦਰਖਤ ਵੀ ਨਹੀਂ ਕੱਟ ਸਕਦਾ। ਬੇਟਾ ਇਸੇ ਤਰ੍ਹਾਂ ਹੀ ਨੈਸ਼ਨਲ ਪਾਰਕ ਜਿਹੜੇ ਹੁੰਦੇ ਨੇ ਇਹ ਵੀ ਸਰਕਾਰ ਦੇ ਅਧਿਕਾਰ ਦੇ ਅਧੀਨ ਆਉਣ ਵਾਲੇ ਉਹ ਜੰਗਲ, ਉਹ ਵਿਸ਼ਾਲ ਖੇਤਰ ਹੁੰਦੇ ਨੇ ਜਿੱਥੇ ਵਿਭਿੰਨਤਾ ਭਰਪੂਰ ਜਿਹੜੀਆਂ ਪਰਿਸਥਿਤਿਕ ਪ੍ਰਬੰਧਾਂ ਨੂੰ ਸੰਭਾਲ ਕੇ ਰੱਖਣ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਇਹਨਾਂ ਖੇਤਰਾਂ ਦੇ ਵਿੱਚ ਬਾਇਓਸਫੀਅਰ ਰਿਜ਼ਰਵ ਦੇ ਅੰਡਰ ਆਉਂਦੇ ਨੇ ਇਹ ਖੇਤਰ, ਅਤੇ ਇਹਨਾਂ ਖੇਤਰਾਂ ਦੇ ਵਿੱਚ ਵਾਈਲਡ ਲਾਈਫ ਸੈਂਕਚੁਰੀਜ਼ ਵਾਂਗ ਰਿਸਟ੍ਰਿਕਟਿਡ ਐਕਟੀਵਿਟੀ ਵੀ ਅਲਾਉਡ ਨਹੀਂ ਹੁੰਦੀ। ਇਹਦਾ ਮਤਲਬ ਹੈ ਕਿ ਨੈਸ਼ਨਲ ਪਾਰਕਸ ਦੇ ਵਿੱਚ ਮਨੁੱਖ ਦੀ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਨੂੰ ਨਹੀਂ ਸਿਆ ਜਾਏਗਾ, ਕਿਉਂਕਿ ਇਹ ਨੈਸ਼ਨਲ ਪਾਰਕ ਬੜੇ ਤਰ੍ਹਾਂ ਦੇ ਜੀਵ ਜੰਤੂਆਂ, ਬੜੇ ਤਰ੍ਹਾਂ ਦੇ ਪੇੜ ਪੌਦਿਆਂ ਨੂੰ ਜੀਵਨ ਪ੍ਰਦਾਨ ਕਰਦੇ ਨੇ। ਸਤਪੁੜਾ ਨੈਸ਼ਨਲ ਪਾਰਕ ਦੇ ਵਿੱਚ ਚੱਟਾਨਾਂ ਦੇ ਵਿੱਚ ਗੁਫਾਵਾਂ ਵੀ ਸਥਿਤ ਹੈਗੀਆਂ ਅਤੇ ਇੱਥੇ ਸਾਰਾ ਕੁਝ ਜਿਹੜਾ ਹੈ ਉਹਨੂੰ ਪ੍ਰੋਟੈਕਟ ਕਰਕੇ ਰੱਖਿਆ ਗਿਆ ਹੈ। ਜਿਹੜਾ ਸਤਪੁੜਾ ਟਾਈਗਰ ਰਿਜ਼ਰਵ ਹੈ ਇਹਦੇ ਵਿੱਚ ਬਾਘਾਂ ਦੀ ਸੁਰੱਖਿਆ ਦਾ ਖਾਸ ਇੰਤਜ਼ਾਮ ਕੀਤਾ ਗਿਆ। ਬਾਘ ਸਾਡਾ ਨੈਸ਼ਨਲ ਐਨੀਮਲ ਵੀ ਹੈ। ਸੋ ਇਹ ਰਾਸ਼ਟਰੀ ਪਾਰਕ ਜਾਂ ਨੈਸ਼ਨਲ ਪਾਰਕਸ ਜਿਹੜੇ ਨੇ ਇਹ ਅਸਲ ਵਿੱਚ ਸਰਕਾਰ ਦੁਆਰਾ ਪ੍ਰੋਟੈਕਟਿਡ ਉਹ ਖੇਤਰ ਨੇ ਜਿੱਥੇ ਜੰਗਲੀ ਜੀਵਾਂ ਨੂੰ, ਖਾਸ ਤੌਰ 'ਤੇ ਜਿਹੜੇ ਜੀਵਾਂ ਦੀ ਸੰਖਿਆ ਘਟਦੀ ਜਾ ਰਹੀ ਹੈ ਸ਼ਿਕਾਰ ਕਰਕੇ ਜਾਂ ਹੋਰ ਰੀਜ਼ਨਸ ਕਰਕੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ।
National parks are the reserves that are very large and diverse enough to protect whole sets of ecosystems. ਇਹ ਇੰਨੇ ਵਿਸ਼ਾਲ ਹੁੰਦੇ ਨੇ ਨੈਸ਼ਨਲ ਪਾਰਕਸ ਕਿ ਇੱਥੇ ਅਲੱਗ-ਅਲੱਗ ਪਰਿਸਥਿਤਿਕ ਪ੍ਰਬੰਧਾਂ ਦੇ ਘਟਕਾਂ ਨੂੰ ਸੰਭਾਲ ਕੇ ਰੱਖਣ ਦੀ ਸਮਰੱਥਾ ਹੁੰਦੀ ਹੈ। ਹੁਣ ਬੇਟਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਤਪੁੜਾ ਟਾਈਗਰ ਰਿਜ਼ਰਵ ਦੀ। ਹੁਣ ਟਾਈਗਰ ਰਿਜ਼ਰਵ ਸੁਣ ਕੇ ਬੜੀ ਹੈਰਾਨੀ ਜੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਰਾਸ਼ਟਰੀ ਜਾਨਵਰ, ਸਾਡਾ ਨੈਸ਼ਨਲ ਐਨੀਮਲ ਹੈ ਬੰਗਾਲ ਟਾਈਗਰ। ਇੰਨਾ ਸੋਹਣਾ ਖੂਬਸੂਰਤ ਜੀਵ, ਪਰ ਇਹਨੂੰ ਇਨਸਾਨਾਂ ਨੇ ਨਹੀਂ ਰਹਿਣ ਦਿੱਤਾ। ਟਾਈਗਰਸ ਦਾ ਸ਼ਿਕਾਰ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਇਹਨਾਂ ਦੀ ਸੰਖਿਆ ਬਹੁਤ ਘੱਟ ਚੁੱਕੀ ਹੈ ਔਰ ਸਾਡਾ ਰਾਸ਼ਟਰੀ ਜੀਵ ਜਿਹੜਾ ਹੈ ਉਹ ਇਸ ਵੇਲੇ ਖਤਰੇ 'ਚ ਹੈ। ਉਹਦੀ ਪ੍ਰਜਾਤੀ ਬਿਲਕੁਲ ਖਤਮ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਪ੍ਰਜਾਤੀਆਂ ਨੂੰ ਅਸੀਂ ਖਤਰੇ ਦੇ ਕਗਾਰ 'ਤੇ ਪ੍ਰਜਾਤੀਆਂ ਜਾਂ ਐਂਡੇਂਜਰਡ ਸਪੀਸੀਜ਼ ਕਹਿੰਦੇ ਨੇ। ਅਤੇ ਬੜੇ ਅਫਸੋਸ ਦੀ ਗੱਲ ਹੈ ਕਿ ਇਹਨਾਂ ਪ੍ਰਜਾਤੀਆਂ ਨੂੰ ਖਤਰਾ ਹੈ ਇਨਸਾਨਾਂ ਤੋਂ, ਇਨਸਾਨਾਂ ਦੀਆਂ ਐਕਟੀਵਿਟੀਜ਼ ਤੋਂ। ਇੰਨੇ ਸੋਹਣੇ ਹਿਰਨ ਜਿਹੜੇ ਤੁਸੀਂ ਦੇਖ ਰਹੇ ਹੋ, ਇਹ ਕੁਦਰਤ ਦਾ ਇੱਕ ਵਿਲੱਖਣ ਨਜ਼ਾਰਾ ਪੇਸ਼ ਕਰਦੇ ਨੇ, ਪਰ ਇਹਨਾਂ ਦੇ ਸਿੰਗਾਂ ਲਈ ਜਾਂ ਈਵਨ ਖੇਡ ਦੇ ਤੌਰ 'ਤੇ ਹੀ ਇਹਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ। ਬਲੈਕ ਬੱਕ ਹਿਰਨ ਹੋ ਗਿਆ, ਇਹ ਸਾਰੀਆਂ ਪ੍ਰਜਾਤੀਆਂ ਇਨਸਾਨਾਂ ਨੇ ਸ਼ਿਕਾਰ ਕਰਕੇ ਆਪਣੇ ਸਵਾਰਥੀ ਮੰਤਵਾਂ ਲਈ ਔਰ ਆਪਣੀ ਇੱਕ ਸਪੋਰਟ ਸ਼ੋਅ ਕਰਨ ਵਾਸਤੇ ਸ਼ਿਕਾਰ ਕਰਕੇ ਇਹਨਾਂ ਪ੍ਰਜਾਤੀਆਂ ਨੂੰ ਲੁਪਤ ਹੋਣ ਦੇ ਕਗਾਰ 'ਤੇ ਲਿਆ ਦਿੱਤਾ ਹੈ। ਅਤੇ ਜੇ ਇਹਨਾਂ ਨੂੰ ਨਾ ਬਚਾਇਆ ਗਿਆ ਤਾਂ ਇਹ ਧਰਤੀ ਤੋਂ ਖਤਮ ਹੋ ਜਾਣਗੀਆਂ। ਬੇਟਾ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਰੈੱਡ ਡੇਟਾ ਬੁੱਕ ਬਟਰਫਲਾਈਜ਼ ਆਫ ਇੰਡੀਆ। ਭਾਰਤ ਦੇ ਵਿੱਚ ਜਿਹੜੀਆਂ ਤਿਤਲੀਆਂ ਦੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਨੇ, ਇਸ ਕਿਤਾਬ ਦੇ ਵਿੱਚ ਉਹਨਾਂ ਸਾਰੀਆਂ ਹੀ ਪ੍ਰਜਾਤੀਆਂ ਦੇ ਨਾਂ ਦਰਜ ਨੇ। ਇਸ ਤਰ੍ਹਾਂ ਹਰ ਇੱਕ ਦੇਸ਼ ਦੀ, ਹਰ ਇੱਕ ਖੇਤਰ ਦੀ ਆਪਣੀ ਆਪਣੀ ਰੈੱਡ ਡੇਟਾ ਬੁੱਕ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਜਿਹੜੀ ਹੁਣ ਸਕਰੀਨ 'ਤੇ ਦੇਖ ਰਹੇ ਹੋ ਉਹ ਗ੍ਰੀਸ ਦੀ ਹੈ ਔਰ ਰੇਅਰ ਐਂਡ ਥ੍ਰੈਟਨਡ ਪਲਾਂਟਸ ਦੀ ਹੈ, ਪੌਦੇ ਜਿਹੜੇ ਖਤਮ ਹੋਣ ਜਾ ਰਹੇ ਨੇ। ਇਸ ਤਰ੍ਹਾਂ ਦੀਆਂ ਕਿਤਾਬਾਂ ਨੂੰ ਰੈੱਡ ਡੇਟਾ ਬੁੱਕ ਜਾਂ ਲਾਲ ਅੰਕੜਾ ਕਿਤਾਬ ਕਿਹਾ ਜਾਂਦਾ ਹੈ। ਇਹਨਾਂ ਕਿਤਾਬਾਂ ਦੇ ਵਿੱਚ ਅਸੀਂ ਨੋਟ ਕਰਕੇ ਰੱਖਦੇ ਹਾਂ ਉਹ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਇੰਨੀਆਂ ਘੱਟ ਚੁੱਕੀਆਂ ਨੇ ਕਿ ਧਰਤੀ ਤੋਂ ਉਹਨਾਂ ਦਾ ਪੂਰਾ ਨਾਮੋ ਨਿਸ਼ਾਨ ਹੀ ਮਿਟਣ ਦੇ ਕਗਾਰ 'ਤੇ ਆ ਗਿਆ ਹੈ। So this is a source book which keeps record of all the endangered animals and plants. ਜੇ ਅਸੀਂ ਆਪਣੇ ਕੋਲ ਇੱਕ ਜਗ੍ਹਾ 'ਤੇ ਨੋਟ ਕੀਤਾ ਹੋਏਗਾ ਕਿ ਕਿਹੜੀਆਂ ਪ੍ਰਜਾਤੀਆਂ ਖਤਰੇ ਦੇ ਕਗਾਰ 'ਤੇ ਨੇ, ਤਾਂ ਹੀ ਉਹਨਾਂ ਨੂੰ ਬਚਾਉਣ ਵਾਸਤੇ ਕਦਮ ਚੁੱਕੇ ਜਾ ਸਕਦੇ ਨੇ। ਬੇਟਾ ਕਿੰਨਾ ਸੋਹਣਾ ਪੰਛੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇੱਥੋਂ ਦਾ ਨਹੀਂ ਹੈ। ਇਹ ਕਿਸੇ ਵੀ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਜਾ ਸਕਦਾ ਹੈ, ਪਰ ਇਹ ਇੱਥੇ ਦਾ ਵਾਸੀ ਨਹੀਂ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪੰਛੀ ਨੇ ਜਿਹੜੇ ਧਰਤੀ ਦੇ ਧਰੂਵਾਂ ਤੋਂ, ਜਿੱਥੇ ਕਿ ਬਹੁਤ ਜ਼ਿਆਦਾ ਬਰਫ਼ ਪਈ ਹੁੰਦੀ ਹੈ, ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਜਿੱਥੇ ਇਹਨਾਂ ਦੇ ਜੀਵਨ ਲਈ ਖਤਰਾ ਪੈਦਾ ਹੋ ਸਕਦਾ ਹੈ ਸਿਰਫ ਮੌਸਮ ਕਰਕੇ, ਉੱਥੋਂ ਉੱਡ ਕੇ ਇਹ ਪੰਛੀ ਥੋੜ੍ਹੇ ਜਿਹੇ ਗਰਮ ਇਲਾਕਿਆਂ ਵੱਲ ਯਾਨੀ ਇਕੁਏਟਰ ਵੱਲ, ਭੂਮੱਧ ਰੇਖਾ ਵੱਲ ਨੂੰ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਸਫ਼ਰ ਕਰਦੇ ਹੋਏ ਇਹਨਾਂ ਨੂੰ ਜਿਹੜਾ ਜੰਗਲ ਜਾਂ ਜਿਹੜੀ ਵੀ ਜਗ੍ਹਾ 'ਤੇ ਆਪਣਾ ਭੋਜਨ ਮਿਲਣ ਦੀ ਅਤੇ ਜੀਵਨ ਦੀ ਸੰਭਾਵਨਾ ਨਜ਼ਰ ਆਉਂਦੀ ਹੈ, ਇਹ ਉੱਥੇ ਰੁਕ ਜਾਂਦੇ ਨੇ। ਔਰ ਕੁਝ ਸਮਾਂ ਬੀਤਣ ਤੋਂ ਬਾਅਦ ਜਦੋਂ ਧਰੂਵਾਂ 'ਤੇ ਮੌਸਮ ਠੀਕ ਹੁੰਦਾ ਹੈ ਤੇ ਵਾਪਸ ਉਡਾਰੀ ਮਾਰ ਕੇ ਆਪਣੇ ਘਰਾਂ ਵੱਲ ਨੂੰ ਚਲੇ ਜਾਂਦੇ ਨੇ। ਬੇਟਾ ਇਸ ਸਾਰੀ ਪ੍ਰਕਿਰਿਆ ਨੂੰ ਕਹਿੰਦੇ ਨੇ ਪ੍ਰਵਾਸ ਜਾਂ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਦਾ ਮਤਲਬ ਹੈ ਇੱਕ ਥਾਂ ਨੂੰ ਛੱਡ ਕੇ ਦੂਸਰੀ ਥਾਂ 'ਤੇ ਜਾਣਾ। ਮਾਈਗ੍ਰੇਸ਼ਨ ਦੇ ਵਿੱਚ ਜਾਂ ਪ੍ਰਵਾਸ ਦੇ ਵਿੱਚ ਹੋਰ ਵੀ ਜੀਵ ਜੰਤੂ ਜਿਹੜੇ ਨੇ ਉਹ ਐਡਵਰਸ ਕਲਾਈਮੇਟ ਕੰਡੀਸ਼ਨਸ ਨੂੰ ਛੱਡ ਕੇ ਥੋੜ੍ਹੀਆਂ ਜਿਹੀਆਂ ਫੇਵਰੇਬਲ ਕਲਾਈਮੇਟ ਕੰਡੀਸ਼ਨਸ 'ਚ ਆਉਂਦੇ ਨੇ। ਓਹੋ ਬੇਟਾ ਇਹ ਸੀਨ ਤਾਂ ਮੇਰੇ ਖਿਆਲ 'ਚ ਘਰਾਂ ਦੇ ਵਿੱਚ ਵੀ ਨਜ਼ਰ ਆਉਂਦਾ ਹੈ ਜਦੋਂ ਅਸੀਂ ਅਖਬਾਰਾਂ ਦੀ ਰੱਦੀ ਇਕੱਠੀ ਕਰਦੇ ਹਾਂ, ਪਰ ਇਹ ਇੱਕ ਸਹੀ ਸੀਨ ਸ਼ੋ ਹੋ ਰਿਹਾ ਹੈ ਕਿਉਂਕਿ ਇਹਨਾਂ ਅਖਬਾਰਾਂ ਨੂੰ, ਇਹਨਾਂ ਕਾਗਜ਼ਾਂ ਨੂੰ ਪੁਨਰ ਚੱਕਰਿਤ ਕਰਨ ਵਾਸਤੇ ਭੇਜ ਦਿੱਤਾ ਜਾਏਗਾ। ਇਹਨਾਂ ਨੂੰ ਰੱਦੀ ਵਾਲੇ ਨੂੰ ਦੇ ਦਿੱਤਾ ਜਾਏਗਾ ਜਿਹੜਾ ਕਿ ਇਹਨਾਂ ਦਾ ਦੁਬਾਰਾ ਨਵਾਂ ਪੇਪਰ ਬਣਾ ਦੇਗਾ ਜਿਹਨੂੰ ਅਸੀਂ ਦੁਬਾਰਾ ਯੂਜ਼ ਕਰ ਸਕਦੇ ਹਾਂ। ਸੋ ਇਸ ਨੂੰ ਕਹਿੰਦੇ ਨੇ ਰੀਸਾਈਕਲਿੰਗ ਆਫ ਪੇਪਰ। ਜੇ ਅਸੀਂ ਪੇਪਰ ਨੂੰ, ਕਾਗਜ਼ ਨੂੰ ਰੀਸਾਈਕਲ ਕਰਾਂਗੇ ਤੇ ਸਾਡੇ ਲਈ ਬਹੁਤ ਚੰਗਾ ਹੈ। ਜੇ ਅਸੀਂ ਦਰਖਤ ਲਗਾਵਾਂਗੇ ਤੇ ਸਾਰੀ ਧਰਤੀ ਵਾਸਤੇ, ਸਾਡੇ ਵਾਸਤੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਬੜਾ ਚੰਗਾ ਕਦਮ ਹੋਏਗਾ। ਅਸੀਂ ਸ਼ੁਰੂ ਕੀਤਾ ਸੀ ਡੀਫੋਰੈਸਟੇਸ਼ਨ ਤੋਂ ਯਾਨੀ ਜੰਗਲਾਂ ਦੀ ਕਟਾਈ ਤੋਂ, ਪਰ ਇਹਨਾਂ ਸਾਰਾ ਕੁਝ ਦੇਖਦੇ ਹੋਏ ਸਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਜੇ ਦਰਖਤ ਨਹੀਂ ਰਹਿਣਗੇ ਤਾਂ ਧਰਤੀ ਵੀ ਨਹੀਂ ਰਹੇਗੀ। ਇਸ ਲਈ ਸਾਨੂੰ ਰੀਫੋਰੈਸਟੇਸ਼ਨ ਯਾਨੀ ਦੁਬਾਰਾ ਜੰਗਲਾਂ ਦੇ ਲਗਾਉਣ 'ਤੇ
ਧਿਆਨ ਦੇਣਾ ਚਾਹੀਦਾ ਹੈ। ਹਾਂ ਬੇਟਾ, ਇਹ ਕੋਈ ਇੰਪੋਸੀਬਲ ਗੱਲ ਨਹੀਂ ਹੈ। ਕਿਸੇ ਖਾਸ ਖੇਤਰ ਨੂੰ ਜੰਗਲ ਵਾਸਤੇ ਰਿਜ਼ਰਵ ਰੱਖ ਕੇ ਔਰ ਉਸ ਜਗ੍ਹਾ 'ਤੇ ਨਵੇਂ ਪੌਦੇ ਲਗਾ ਕੇ ਔਰ ਉੱਥੇ ਛੇੜਛਾੜ ਮਨੁੱਖੀ ਐਕਟੀਵਿਟੀ ਨੂੰ ਬਿਲਕੁਲ ਰੋਕ ਕੇ ਨਵੇਂ ਜੰਗਲ ਉਤਪੰਨ ਕੀਤੇ ਜਾ ਸਕਦੇ ਨੇ। ਜੰਗਲਾਂ ਦੇ ਸੁਰੱਖਿਅਣ ਵਾਸਤੇ ਭਾਰਤ ਵਿੱਚ ਇੱਕ ਐਕਟ ਵੀ ਬਣਿਆ ਹੋਇਆ ਹੈ। ਸੋ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੰਗਲ ਹੋਣਗੇ ਤਾਂ ਜੀਵਨ ਹੋਏਗਾ, ਜੰਗਲ ਨਹੀਂ ਹਨ ਤਾਂ ਧਰਤੀ 'ਤੇ ਜੀਵਨ ਦੀ ਸਮਾਪਤੀ ਹੋ ਜਾਏਗੀ, ਅਸੀਂ ਵੀ ਨਹੀਂ ਜੀ ਪਾਵਾਂਗੇ। ਥੈਂਕ ਯੂ।